ਅਗਰ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਅਸੀਂ ਗੁਰਦੇਵ ਜੀ ਦੇ ਪਾਵਨ ਬਚਨ ਜੋ ਨਿਤਨੇਮ ਦੇ ਰੂਪ ਵਿੱਚ ਅੰਦਰ ਸ਼ਰਵਣ ਕੀਤੇ ਹਨ, ਉਪਰੰਤ ਭਾਈ ਸਾਹਿਬ ਉਹਨਾਂ ਨੇ ਬੇਨਤੀ ਕਰ ਦਿੱਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਸਿੱਖੀ ਲਹਿਰ ਦੇ ਤਹਿਤ ਅੱਜ ਦੇ ਸਮਾਗਮ ਹੋ ਰਹੇ ਹਨ। ਸਾਰੇ ਬੁਲਾਰੇ ਇਸ ਸਥਾਨ ਤੇ ਪਹੁੰਚ ਚੁੱਕੇ ਹਨ, ਪਰ ਸਥਾਨਕ ਸੰਗਤ ਦੀ ਹਾਜ਼ਰੀ ਦੇ ਨਾਮ ਮਾਤਰ ਹੈ। ਭਾਵੇਂ ਕਿ ਸੰਗਤ ਨੂੰ ਜਿਹੜਾ ਸਮਾਂ ਹੈ ਉਹ 6:30 ਵਜੇ ਦਾ ਦਿੱਤਾ ਗਿਆ ਸੀ, ਪਰ ਫਿਰ ਵੀ ਅਜੇ 1 ਘੰਟਾ ਇਹ ਸਮਾਗਮ ਲੇਟ ਆਰੰਭ ਹੋ ਰਿਹਾ ਹੈ। ਪਰ ਅਜੇ ਵੀ ਜਿਹੜੇ ਇਸ ਮਹੱਲੇ ਦੇ ਵਾਸੀ ਹਨ, ਜਿਹੜੀ ਸੰਗਤ ਰੋਜ਼ਾਨਾ ਇੱਥੇ ਹਾਜ਼ਰੀ ਭਰਦੀ ਹੈ, ਉਹ ਅਜੇ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਨਹੀਂ ਹੈ। ਆਮ ਤੌਰ ਤੇ ਇਹ ਅਸੀਂ ਵਿਚਾਰਾਂ ਕਰਦੇ ਹਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਗੁੰਮਰਾਹ ਹੋ ਰਹੇ ਨੇ, ਕੁਰਾਹੇ ਪੈ ਰਹੇ ਨੇ। ਦੇਖੋ ਪਤਤ ਪੁਣੇ ਦਾ ਔਰ ਨਸ਼ਿਆਂ ਦਾ ਇਹ ਕਿੱਡਾ ਵੱਡਾ ਖਲਾ ਸਾਡੇ ਸਾਹਮਣੇ ਆ ਗਿਆ ਹੈ, ਕਿਵੇਂ ਬੱਚੇ ਇਹਨਾਂ ਦੀ ਮਾਰ ਹੇਠ ਆ ਰਹੇ ਨੇ। ਇਹ ਅਸੀਂ ਬੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜਦੋਂ ਅਸੀਂ ਸਿਰ ਜੋੜ ਕੇ ਬੈਠਦੇ ਹਾਂ। ਪਰ ਮਾਫ਼ ਕਰਨਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨ ਇਹੀ ਉਪਰਾਲਾ ਕਰ ਸਕਦੇ ਨੇ ਕਿ ਉਹ ਸਮਾਗਮ ਰੱਖ ਸਕਦੇ ਨੇ, ਬੁਲਾਰੇ ਬਾਹਰੋਂ ਬੁਲਾ ਸਕਦੇ ਨੇ, ਲੰਗਰ ਪਾਣੀ ਦਾ ਪ੍ਰਬੰਧ ਕਰ ਸਕਦੇ ਨੇ। ਸੁਣਨ ਵਾਸਤੇ ਤੇ ਸੰਗਤ ਨੂੰ ਹੀ ਆਉਣਾ ਪਏਗਾ, ਸਾਨੂੰ ਆਪ ਨੂੰ ਹੀ ਇਹ ਯਤਨ ਆਰੰਭ ਕਰਨਾ ਪਏਗਾ। ਫਿਰ ਅਸੀਂ ਦੂਸਰਿਆਂ ਤੇ ਦੋਸ਼ ਦਿੰਦੇ ਹਾਂ ਕਿ ਦੇਖੋ ਇਹ ਪ੍ਰਚਾਰ ਵਾਸਤੇ ਕੁਝ ਨਹੀਂ ਹੋ ਰਿਹਾ, ਇੱਥੇ ਲਿਟਰੇਚਰ ਨਹੀਂ ਸਾਨੂੰ ਮਿਲ ਰਿਹਾ। ਬੜੇ ਤਰ੍ਹਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ, ਦੂਸਰੇ ਮਤਾਂ ਦੀਆਂ ਵੀ ਅਸੀਂ ਸਾਹਮਣੇ ਗੱਲਾਂ ਲੈ ਆਉਂਦੇ ਹਾਂ ਕਿ ਦੂਸਰੇ ਮਤਾਂ ਵਾਲੇ ਦੇਖੋ ਕਿਵੇਂ ਘਰ ਘਰ ਪਹੁੰਚ ਗਏ, ਕਿਵੇਂ ਥਾਂ ਥਾਂ ਤੇ ਡੇਰੇ ਖੁੱਲ੍ਹ ਗਏ ਨੇ, ਕਿਵੇਂ ਥਾਂ ਥਾਂ ਤੇ ਚਰਚ ਬਣ ਗਏ ਨੇ, ਕਿਵੇਂ ਮੰਦਿਰਾਂ ਦੇ ਅੰਦਰ ਔਰ ਮਸਜਿਦਾਂ ਦੇ ਅੰਦਰ ਅਸੀਂ ਭੀੜ ਦੇਖਦੇ ਹਾਂ। ਤਾਂ ਕੀ ਕਾਰਨ ਹੈ ਕਿ ਗੁਰਦੁਆਰੇ ਫਿਰ ਅਸੀਂ ਕਿਉਂ ਨਹੀਂ ਆ ਰਹੇ? ਇਹ ਸਾਡਾ ਹੀ ਫਰਜ਼ ਬਣਦਾ ਹੈ। ਜਿੱਥੇ ਬਾਕੀ ਅਸੀਂ ਕਰਮ ਅਸੀਂ ਆਪ ਕਰਦੇ ਹਾਂ, ਤਾਂ ਜੇ ਸਾਡੇ ਜੀਵਨ ਦੇ ਅੰਦਰ ਕਲਾ ਕਲੇਸ਼ ਆਇਆ, ਜੇ ਬੱਚੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰ ਰਹੇ, ਆਗਿਆਕਾਰੀ ਨਹੀਂ ਹਨ, ਤਾਂ ਉਹ ਦੋਸ਼ੀ ਅਸੀਂ ਆ, ਕੋਈ ਹੋਰ ਦੂਜਾ ਗਵਾਂਢੀ ਨਹੀਂ ਹੈ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਇਸ ਲਈ ਦੂਸਰਿਆਂ ਦੇ ਉੱਤੇ ਦੋਸ਼ ਮੜਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤ ਮਾਰਨੀ ਪਏਗੀ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇ। ਭਾਈ ਪਹਿਲਾਂ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਗੁਰਮਤਿ ਪ੍ਰਚਾਰ ਪ੍ਰਸਾਰ ਵਾਸਤੇ, ਸਿੱਖੀ ਦੇ ਫੈਲਾਅ ਵਾਸਤੇ, ਵਾਧੇ ਵਾਸਤੇ ਅਸੀਂ ਕਿੰਨੇ ਕੁ ਤਤਪਰ ਹਾਂ, ਸਾਡਾ ਕੀ ਯੋਗਦਾਨ ਹੈ। ਤੇ ਇਹ ਜਿਹੜਾ ਯੋਗਦਾਨ ਹੈ ਜ਼ਰੂਰੀ ਨਹੀਂ ਕਿ ਕੋਈ ਪੈਸਾ ਦੇ ਕੇ ਹੀ ਹੈ, ਬਲਕਿ ਸਭ ਤੋਂ ਵੱਡਾ ਯੋਗਦਾਨ ਇਹ ਹੋਏਗਾ ਕਿ ਖੁਦ ਅਸੀਂ ਆਪਣੇ ਆਪੇ ਨੂੰ ਸਵਾਰਨ ਦਾ ਪਹਿਲਾਂ ਯਤਨ ਕਰੀਏ। ਅਸੀਂ ਆਪ ਗੁਰਬਾਣੀ ਨੂੰ ਪੜ੍ਹਨ ਦਾ ਉਪਰਾਲਾ ਆਰੰਭੀਏ, ਤਾਂ ਜਾ ਕੇ ਸਾਡਾ ਜਿਹੜਾ ਹੈ ਉਹ ਯੋਗਦਾਨ ਸਤਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਏਗਾ। ਆਓ ਇੱਕ ਵਾਰ ਫਿਰ ਮੈਂ ਜਿੱਥੋਂ ਤੱਕ ਵੀ ਇਹ ਆਵਾਜ਼ ਜਾ ਰਹੀ ਹੈ, ਇਸ ਮਹੱਲੇ ਦੇ ਨਿਵਾਸੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਭਾਈ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਆਰੰਭ ਹੋ ਚੁੱਕੇ ਹਨ। ਆਪ ਜੀ ਆਪਣੇ ਕੰਮਾਂ ਧੰਦਿਆਂ ਨੂੰ ਸੰਕੋਚਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਪਹੁੰਚੋ, ਕਿਉਂਕਿ ਇਹ ਜਿਹੜਾ ਸਮਾਗਮ ਹੈ ਬਹੁਤਾ ਲੰਬੇਰਾ ਨਹੀਂ, 9:30 ਪੌਣੇ 10 ਵਜੇ ਤੱਕ ਅਸੀਂ ਸਮਾਪਤੀ ਕਰ ਦੇਣੀ ਹੈ। ਇਸ ਲਈ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਏ ਔਰ ਗੁਰਮਤਿ ਵਿਚਾਰਾਂ ਸਰਵਣ ਕਰੀਏ। ਸਿੱਖੀ ਲਹਿਰ ਦੇ ਜਥੇ ਵੱਲੋਂ ਆਈ ਹੋਈ ਸਮੂਹ ਸਾਧ ਸੰਗਤ ਨੂੰ ਅਸੀਂ ਜੀ ਆਇਆਂ ਆਖਦੇ ਹਾਂ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ। ਸਰਬੱਤਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਨੁੱਖ ਜਦੋਂ ਕਿਸੇ ਦੀ ਸਿਫਤ ਕਰਨ ਲੱਗਦਾ ਹੈ ਤਾਂ ਬੜਾ ਕੁਝ ਗਣਾ ਦਿੰਦਾ ਹੈ।
ਉਹ ਅਸਲ ਵਿੱਚ ਕੋਈ ਵਿਰਲਾ ਮਨੁੱਖ ਹੈ ਕਿ ਦੂਸਰੇ ਦਾ ਕੋਈ ਚੰਗਾ ਗੁਣ ਦੇਖ ਕੇ ਤੇ ਉਹਦੀ ਸਿਫਤ ਕਰੇ, ਨਹੀਂ ਤੇ ਬਹੁਤੀ ਵਾਰ ਤਾਂ ਅਸੀਂ ਖੁਸ਼ਾਮਦੀ ਬਣ ਕੇ ਹੀ ਅਗਲੇ ਦੀ ਸਿਫਤ ਕਰੀ ਜਾਂਦੇ ਹਾਂ। ਭਾਵੇਂ ਕਿ ਬੰਦਾ ਆਪਣੇ ਆਪ ਨੂੰ ਸਮਝ ਰਿਹਾ ਹੁੰਦਾ ਹੈ ਕਿ ਮੈਂ ਇਹਦੇ ਨੂੰ ਜ਼ਿਆਦਾ ਅਕਲਮੰਦ ਹਾਂ, ਪਰ ਖੁਸ਼ਾਮਦੀ ਜਿਹਾ ਬਣ ਕੇ ਤਾਂ ਉਹ ਉਸ ਮਨੁੱਖ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦਾ ਹੈ। ਤੇ ਅੱਜ ਦੇ ਜ਼ਮਾਨੇ ਦੇ ਅੰਦਰ ਜਿਹੜੇ ਇਸ ਸੰਸਾਰ ਦੇ ਅੰਦਰ ਵਿਗਾੜ ਪੈਦਾ ਕਰ ਰਹੇ ਨੇ ਲੋਕ, ਉਹਨਾਂ ਨੇ ਆਪਣੇ ਏਜੰਟ ਰੱਖੇ ਹੋਏ ਨੇ ਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਵੱਧ ਤੋਂ ਵੱਧ ਮਸ਼ਹੂਰੀ ਕੀਤੀ ਜਾਵੇ। ਜਿਵੇਂ ਬਾਜ਼ਾਰ ਦੇ ਅੰਦਰ ਜਿਹੜੀ ਅਸਲ ਚੀਜ਼ ਹੋਵੇ ਨਾ, ਜਿਹੜੀ ਬਹੁਤ ਵਧੀਆ ਕੁਆਲਿਟੀ ਦੀ ਹੋਵੇ, ਤਾਂ ਜਿਹੜੇ ਗੁੰਮਰਾਹ ਕਰਨ ਵਾਲੇ ਲੋਕ ਨੇ, ਆਪਣਾ ਢਿੱਡ ਭਰਨ ਵਾਲੇ ਲੋਕ ਨੇ, 2 ਨੰਬਰ ਦੀ ਕਮਾਈ ਕਰਨ ਵਾਲੇ ਨੇ, ਉਹ ਫਿਰ ਹੂਬਹੂ ਉਸੇ ਸ਼ਕਲ ਦੀ ਉਹ ਚੀਜ਼ ਬਣਾ ਕੇ ਤੇ ਮਾਰਕੀਟ ਵਿੱਚ ਭੇਜਦੇ ਨੇ ਔਰ ਨਾਲ ਆਪਣੇ ਏਜੰਟ ਤੈਅ ਕਰਦੇ ਨੇ, ਉਹਨਾਂ ਨੂੰ ਮਿਹਨਤਾਨਾ ਦਿੰਦੇ ਨੇ ਕਿ ਇੰਨੇ %, ਇੰਨੇ ਫੀਸਦੀ ਤੈਨੂੰ ਇਹਦੇ ਵਿੱਚੋਂ ਹਿੱਸੇਦਾਰੀ ਮਿਲੇਗੀ। ਫਿਰ ਉਹ ਬੰਦਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਕਿ ਦੇਖੋ ਆਹ ਜਿਹੜੀ ਚੀਜ਼ ਹੈ ਇਹ ਇਹਦੇ ਨਾਲੋਂ ਜ਼ਿਆਦਾ ਵਧੀਆ ਹੈ, ਇਹਦਾ ਤਾਂ ਰੰਗ ਰੂਪ ਠੀਕ ਨਹੀਂ, ਪਰ ਇਹਦੀ ਵੇਖੋ ਚਮਕ ਕਿਹੋ ਜਿਹੀ ਹੈ, ਇਹ ਕਿੰਨਾ ਸੋਹਣਾ ਦਿਖਾਈ ਦਿੰਦਾ ਹੈ, ਇਹ ਕਿੰਨੀ ਸੋਹਣੀ ਵਸਤ ਹੈ। ਤੇ ਬੰਦਾ ਫਿਰ ਉਹਨਾਂ ਗੱਲਾਂ ਦੇ ਅੰਦਰ ਜਿਹਦੇ ਕੋਲ ਤਾਂ ਸੂਝ ਨਾ ਹੋਵੇ, ਸਮਝ ਨਾ ਹੋਵੇ, ਜਿਹਨੂੰ ਪਰਖ ਕਰਨ ਦੀ ਜਾਚ ਨਹੀਂ, ਤਾਂ ਫਿਰ ਉਹ ਬੰਦਾ ਉਹਨਾਂ ਗੱਲਾਂ ਦੇ ਅੰਦਰ ਗੁੰਮਰਾਹ ਹੋ ਜਾਂਦਾ ਹੈ ਤੇ ਕਈ ਵਾਰ ਗਲਤ ਚੀਜ਼ ਆਪਣੇ ਘਰੇ ਲੈ ਆਉਂਦਾ ਹੈ। ਤੇ ਫਿਰ ਜਦੋਂ ਉਸ ਨੂੰ ਵਰਤਦਾ ਹੈ ਤੇ ਥੋੜੇ ਦਿਨਾਂ ਬਾਅਦ ਹੀ ਪਤਾ ਲੱਗ ਜਾਂਦਾ ਹੈ ਕਿ ਮੈਂ ਤਾਂ ਲੁੱਟਿਆ ਗਿਆ ਹਾਂ, ਮੇਰੇ ਨਾਲ ਧੋਖਾ ਹੋਇਆ, ਮੈਨੂੰ ਕਿਸੇ ਨੇ ਠੱਗ ਲਿਆ ਹੈ, ਗੱਲਾਂ ਦੇ ਨਾਲ ਮੈਨੂੰ ਗੁੰਮਰਾਹ ਕਰ ਲਿਆ ਹੈ। ਅਸਲ ਚੀਜ਼ ਇਹ ਨਹੀਂ ਸੀ, ਅਸਲ ਚੀਜ਼ ਤਾਂ ਕੋਈ ਹੋਰ ਸੀ, ਜਿਹੜੀ ਮੈਨੂੰ ਕਿਹਾ ਜਾ ਰਿਹਾ ਸੀ ਕਿ ਇਹ ਠੀਕ ਨਹੀਂ, ਆ ਹੈ, ਤੇ ਮੈਂ ਉਸ ਸਮੇਂ ਉਹਦੀਆਂ ਗੱਲਾਂ ਵਿੱਚ ਆ ਗਿਆ। ਠੀਕ ਅੱਜ ਇਸੇ ਤਰ੍ਹਾਂ ਬੜੇ ਗੁਣ ਗਾਇਨ ਹੁੰਦੇ ਨੇ, ਬੜੀ ਉਸਤਤ ਤੇ ਵਡਿਆਈ ਹੋ ਰਹੀ ਹੈ, ਪਰ ਜਿਹੜੀ ਉਸਤਤ ਹੋ ਰਹੀ ਹੈ, ਜਿਹੜੀ ਵਡਿਆਈ ਹੋ ਰਹੀ ਹੈ, ਜਿਹੜੇ ਗੁਣ ਗਾਏ ਜਾ ਰਹੇ ਨੇ, ਜਿਹੜੀਆਂ ਸਿਫਤਾਂ ਕੀਤੀਆਂ ਜਾ ਰਹੀਆਂ ਨੇ, ਉਹ ਅੱਜ ਮਨੁੱਖਾਂ ਦੀਆਂ ਹੋ ਰਹੀਆਂ ਨੇ, ਨਾ ਕਿ ਰੱਬੀ ਗੁਣਾਂ ਦੀਆਂ। ਇਹ ਚੰਗੀ ਗੱਲ ਹੈ ਕਿ ਜਿਹੜੇ ਗੁਣ ਨੇ ਇਹੀ ਅਸਲ ਵਿੱਚ ਬੰਦੇ ਨੂੰ ਸ਼ੋਭਾ ਦਿਵਾਉਂਦੇ ਨੇ ਤੇ ਔਗਣ ਬੰਦੇ ਦਾ ਨਿਰਾਦਰ ਕਰਵਾਉਂਦੇ ਨੇ। ਪਰ ਗੁਣਾਂ ਨੂੰ ਧਾਰਨ ਕਰਨ ਵਾਸਤੇ ਕੁਝ ਸਮਾਂ ਲੱਗਦਾ ਹੈ, ਪਰ ਸਾਡਾ ਸੁਭਾਅ ਬਣ ਗਿਆ ਕਿ ਸੌਖੀ ਜੀ ਚੀਜ਼ ਅਸੀਂ ਭਾਲਦੇ ਹਾਂ, ਉਹਦੇ ਬਦਲੇ 'ਚ ਅਸੀਂ ਚਾਹੁੰਦੇ ਹਾਂ ਕਿ ਪੈਸੇ ਨਾਲ ਹੀ ਚੀਜ਼ ਮਿਲ ਜਾਵੇ। ਪਰ ਜਿਹੜੇ ਗੁਣ ਹੁੰਦੇ ਨੇ, ਜਿਹੜਾ ਸਬਰ ਸੰਤੋਖ ਹੈ, ਜਿਹੜਾ ਪਿਆਰ ਹੈ, ਇਹ ਕਿਧਰੇ ਬਾਜ਼ਾਰ ਦੇ ਵਿੱਚੋਂ ਪੈਸੇ ਦੇ ਨਾਲ ਨਹੀਂ ਮਿਲਦਾ। ਕੁਛ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ, ਬੱਚਿਆਂ ਵਾਸਤੇ ਅਸੀਂ ਪੈਨ ਕਾਪੀ ਖਰੀਦ ਸਕਦੇ ਹਾਂ, ਪਰ ਜਿਹੜੀ ਵਿਦਿਆ ਹੈ ਉਹ ਬਾਜ਼ਾਰ ਦੇ ਅੰਦਰ ਮੁੱਲ ਨਹੀਂ ਮਿਲਦੀ। ਇਹ ਜਿਹੜਾ ਗਿਆਨ ਹੈ ਪੈਸੇ ਦੇ ਨਾਲ ਨਹੀਂ ਖਰੀਦਿਆ ਜਾਂਦਾ, ਇਹ ਮਨੁੱਖ ਨੂੰ ਆਪ ਧਾਰਨ ਕਰਨਾ ਪੈਂਦਾ ਹੈ, ਆਪ ਵਿਚਾਰ ਕਰਨੀ ਪੈਂਦੀ ਹੈ, ਆਪ ਸਮਾਂ ਦੇਣਾ ਪੈਂਦਾ ਫਿਰ ਜਾ ਕੇ। ਮੈਂ ਬੇਨਤੀ ਕਰ ਰਿਹਾ ਸੀ ਕਿ ਅੱਜ ਮਨੁੱਖਾਂ ਦੇ ਬਹੁਤ ਗੁਣ ਗਾਇਨ ਹੁੰਦੇ ਨੇ, ਖਾਸ ਕਰਕੇ ਜਿਨ੍ਹਾਂ ਨੇ ਲੰਬਾ ਚੋਲਾ ਪਾਇਆ ਹੋਵੇ ਕਿ ਫਲਾਣੇ ਬਾਬਾ ਜੀ ਬਚਨ ਕਰਦੇ ਨੇ, ਤੁਸੀਂ ਭੈਣ ਜੀ ਉਸ ਜਗ੍ਹਾ ਤੇ ਜਾਓ, ਅਵਸ ਤੁਹਾਡੇ ਘਰ ਔਲਾਦ ਹੋਏਗੀ। ਤੇ ਜੇ ਪਹਿਲਾਂ ਲੜਕੀਆਂ ਨੇ ਤੇ ਫਿਰ ਇਹ ਵੀ ਨਾਲ ਦਾਅਵਾ ਕੀਤਾ ਜਾਂਦਾ ਹੈ ਕਿ ਜੇ ਬਾਬਾ ਜੀ ਅਰਦਾਸ ਕਰ ਦੇਣ, ਸੇਬ ਝੋਲੀ ਵਿੱਚ ਪਾ ਦੇਣ, ਤੇ ਅਵਸ ਤੁਹਾਡੇ ਘਰ ਲੜਕਾ ਹੀ ਅਗਲੀ ਔਲਾਦ ਪੈਦਾ ਹੋਏਗੀ। ਬੜੇ ਇਸ ਤਰ੍ਹਾਂ ਦੇ ਗੁਣ ਗਾਇਨ ਹੁੰਦੇ, ਪਰ ਇਹ ਅਸੀਂ ਉਹਨਾਂ ਏਜੰਟਾਂ ਦੇ ਮੋਮੋ ਠੱਗਣੀਆਂ ਗੱਲਾਂ ਦੇ ਵਿੱਚ ਆਣ ਕੇ ਸਾਰਾ ਕੁਝ ਆਪਣਾ ਲੁਟਾ ਲੈਂਦੇ। ਸਤਿਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਹੈ, ਭਾਈ ਜੇ ਗੁਣ ਗਾਇਨ ਕਰਨੇ ਹਨ ਤਾਂ ਉਸ ਇੱਕ ਨਿਰੰਕਾਰ ਜੀ ਦੇ ਗੁਣ ਗਾਇਨ ਕਰਨੇ ਚਾਹੀਦੇ ਨੇ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਰਤੇ ਕਵਨ ਦ੍ਰਿਸ਼ਟਾਨੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਗੁਣ ਗਾਇਨ ਕਰਨੇ ਨੇ, ਜੇ ਕਿ ਇਹਦੀ ਸਿਫਤ ਸਲਾਹ ਕਰਨੀ ਹੈ, ਤਾਂ ਉਸ ਰਮੇ ਹੋਏ ਨਿਰੰਕਾਰ ਜੀ ਦੀ ਕਰ, ਕਿਉਂਕਿ ਤੂੰ ਆਪਣੇ ਵੱਲ ਝਾਤੀ ਮਾਰ ਕਿ ਤੇਰੀ ਘਾੜ ਉਸ ਨਿਰੰਕਾਰ ਜੀ ਨੇ ਕਿਵੇਂ ਘੜੀ ਹੈ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਸੀ, ਤੂੰ ਕਿਵੇਂ ਇਸ ਜਗਤ ਦੇ ਅੰਦਰ ਆਇਆ, ਜਰਾ ਇਸ ਪਾਸੇ ਆਪਣੀ ਝਾਤੀ ਮਾਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਨਿਰੰਕਾਰ ਜੀ ਨੇ ਕੇਵਲ ਤੈਨੂੰ ਪੈਦਾ ਹੀ ਨਹੀਂ ਕੀਤਾ। ਮਾਫ ਕਰਨਾ, ਜਗਤ ਦੇ ਅੰਦਰ ਬੜੇ ਲੋਕ ਪੈਦਾ ਹੁੰਦੇ ਨੇ, ਪਰ ਕੇਵਲ ਪੈਦਾ ਹੋ ਜਾਣਾ ਇਹਦੇ ਨਾਲ ਹੀ ਮਨੁੱਖ ਸੰਤੁਸ਼ਟ ਨਹੀਂ ਹੁੰਦਾ। ਜੇ ਬੱਚਾ ਪੈਦਾ ਹੋਇਆ ਤੇ ਜੇ ਸਾਨੂੰ ਪਤਾ ਲੱਗੇ ਕਿ ਬੱਚੇ ਦਾ ਸਰੀਰ ਤਾਂ ਪੂਰਾ ਹੈ ਪਰ ਅੰਦਰ ਜਾਨ ਨਹੀਂ,
ਅੰਦਰ ਜਿੰਦ ਨਹੀਂ ਤਾਂ ਉਸ ਨੂੰ ਅਸੀਂ ਗਲ ਨਹੀਂ ਲਾਉਂਦੇ, ਉਸ ਨੂੰ ਮੁਰਦਾ ਕਿਹਾ ਜਾਂਦਾ ਹੈ, ਨਰਜਿੰਦ ਅਸੀਂ ਕਹਿੰਦੇ ਹਾਂ, ਉਹ ਪੂਰਨ ਨਹੀਂ। ਪਰ ਜੇ ਬੱਚਾ ਪੈਦਾ ਹੋਇਆ, ਉਹਦਾ ਦਿਲ ਤਾਂ ਧੜਕ ਰਿਹਾ, ਨਬਜ਼ ਤਾਂ ਚੱਲ ਰਹੀ ਹੋਵੇ, ਪਰ ਅਗਲੀ ਗੱਲ ਜੇ ਸਾਨੂੰ ਇਹ ਸੁਣਨ ਲਈ ਮਿਲ ਜਾਵੇ ਕਿ ਇਹ ਬੱਚਾ ਬੋਲਾ ਹੈ, ਇਸ ਬੱਚੇ ਦਾ ਇੱਕ ਅੰਗ ਠੀਕ ਨਹੀਂ ਹੈ, ਇਹਦੀ ਇੱਕ ਅੱਖ ਦੇ ਅੰਦਰ ਇਸ ਨੂੰ ਦਿਖਾਈ ਨਹੀਂ ਦਿੰਦਾ, ਤਾਂ ਉਸ ਨੂੰ ਵੀ ਅਸੀਂ ਪੂਰਨ ਨਹੀਂ ਕਹਿੰਦੇ, ਬਲਕਿ ਐਸੇ ਬੱਚੇ ਨੂੰ ਅਸੀਂ ਅਪੰਗ ਕਹਿੰਦੇ ਹਾਂ। ਅਪੰਗ ਭਾਵ ਉਹ ਵੀ ਪੂਰਨ ਨਹੀਂ ਹੈ। ਅੱਜ ਕਈ ਵਾਰ ਜਦੋਂ ਗੱਲ ਕੀਤੀ ਜਾਂਦੀ ਹੈ ਨਾ ਕਿ ਅੰਦਰ ਦੀ ਸਿੱਖੀ ਹੋਣੀ ਚਾਹੀਦੀ ਹੈ, ਬਾਹਰ ਵਿੱਚ ਕੀ ਰੱਖਿਆ, ਤਾਂ ਠੀਕ ਉਹ ਲੋਕ ਇਸੇ ਤਰ੍ਹਾਂ ਦੇ ਨੇ। ਤੇ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਬਾਹਰੋਂ ਤਾਂ ਬੜੇ ਸਾਬਤ ਸੂਰਤ ਨਜ਼ਰ ਆਉਂਦੇ ਨੇ, ਦਸਤਾਰਾਂ ਵੀ ਸਜਾਈਆਂ ਹੋਣਗੀਆਂ, ਗਾਤਰੇ ਵੀ ਪਹਿਨੇ ਹੋਣਗੇ, ਪਰ ਜੇ ਅੰਦਰ ਬਾਣੀ ਨਹੀਂ ਤਾਂ ਫਿਰ ਠੀਕ ਇਹ ਦੋਵੇਂ ਉਦਾਹਰਨਾਂ ਸਾਡੇ ਤੇ ਟੁੱਟ ਜਾਂਦੀਆਂ ਨੇ ਕਿ ਜਿਹੜਾ ਬੱਚਾ ਪੈਦਾ ਹੋਇਆ ਸਰੀਰ ਕਰਕੇ ਪੂਰਾ ਸੀ, ਪਰ ਉਹਦੇ ਸਵਾਸ ਨਹੀਂ ਸੀ ਚੱਲ ਰਹੇ, ਜਿੰਦ ਨਹੀਂ ਸੀ, ਜਾਨ ਨਹੀਂ ਸੀ, ਉਸ ਨੂੰ ਅਸੀਂ ਮੁਰਦਾ ਕਿਹਾ। ਪਰ ਇੱਕ ਬੱਚੇ ਦੇ ਅੰਦਰ ਜਾਨ ਸੀ, ਪਰ ਸਰੀਰ ਦੇ ਅੰਦਰ ਕੋਈ ਨੁਕਸ ਹੋਣ ਕਰਕੇ ਉਸ ਨੂੰ ਅਸੀਂ ਅਪੰਗ ਕਹਿੰਦੇ। ਠੀਕ ਇਸੇ ਤਰ੍ਹਾਂ ਜੇ ਕੇਵਲ ਅਸੀਂ ਬਾਹਰਲਾ ਸਰੂਪ ਲੈ ਕੇ ਤੁਰੇ ਫਿਰੇ ਤੇ ਅੰਦਰ ਜਿੰਦ ਨਾ ਹੋਈ, ਭਾਵ ਬਾਣੀ ਜਿਹੜੀ ਹੈ ਇਹ ਸਾਡੀ ਜਾਨ ਹੈ, ਇਹਦੇ ਤੋਂ ਬਿਨਾ ਸਾਡਾ ਜਿਹੜਾ ਆਤਮਿਕ ਜੀਵਨ ਹੈ ਉਹ ਖਤਮ ਹੋ ਜਾਂਦਾ ਹੈ। ਜਿਵੇਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਾਕ ਹੈ ਕਿ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਗੁਰੂ ਤੋਂ ਬਿਨਾ ਅਸੀਂ ਅੰਦਰੋਂ ਮੋਏ ਜਾਂਦੇ ਹਾਂ। ਇਸ ਕਾਰਨ ਜੇ ਬਾਹਰਲਾ ਸਰੂਪ ਬਣਿਆ ਤੇ ਅੰਦਰ ਬਾਣੀ ਦੀ ਵਿਚਾਰ ਵੀ ਹੋਣੀ ਚਾਹੀਦੀ ਹੈ, ਤੇ ਕਿਤੇ ਇਹ ਨਾ ਹੋਵੇ ਕਿ ਸਾਡੇ ਕੋਲ ਗਿਆਨ ਤਾਂ ਹੋਵੇ, ਪਰ ਜੇ ਬਾਹਰਲਾ ਸਰੂਪ, ਬਾਹਰਲਾ ਚੇਨ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਮੁਤਾਬਕ ਨਾ ਬਣਾਇਆ, ਖੰਡੇ ਬਾਟੇ ਦੀ ਪੌਲ ਨਾ ਲਈ, ਕਿੱਸਾ ਧਾਰੀ ਨਾ ਹੋਏ, ਤਾਂ ਫਿਰ ਉਸੇ ਬੱਚੇ ਦੀ ਤਰ੍ਹਾਂ ਅਸੀਂ ਹੋਵਾਂਗੇ ਕਿ ਅੰਦਰ ਜਿੰਦ ਤਾਂ ਹੋਏਗੀ, ਪਰ ਸਰੀਰ ਦਾ ਕੋਈ ਅੰਗ ਨਕਾਰਾ ਹੋਣ ਕਰਕੇ ਉਸ ਨੂੰ ਪੂਰਨ ਨਹੀਂ ਕਿਹਾ ਜਾਂਦਾ, ਅਪੰਗ ਕਿਹਾ ਜਾਂਦਾ। ਗੁਰੂ ਦੇ ਦਰ ਤੇ ਹਰੇਕ ਮਨੁੱਖ ਆ ਸਕਦਾ ਹੈ, ਗੁਰੂ ਦੇ ਦਰ ਤੇ ਕੋਈ ਵੀ ਆਣ ਕੇ ਨਮਸਕਾਰ ਕਰ ਸਕਦਾ ਹੈ, ਕੇਸਾ ਧਾਰੀ ਵੀ ਹੋ ਸਕਦਾ ਹੈ, ਬਿਨਾਂ ਕੇਸਾਂ ਤੋਂ ਵੀ ਹੋ ਸਕਦਾ ਹੈ, ਪਰ ਇਹ ਸਾਰੇ ਗੁਰੂ ਘਰ ਦੇ ਸ਼ਰਧਾਲੂ ਤਾਂ ਹੋ ਸਕਦੇ ਨੇ, ਪਰ ਸਿੱਖ ਉਸ ਦਿਨ ਬਣਨਗੇ ਜਦੋਂ ਸਤਿਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾ ਲੈਣਗੇ। ਕਿਉਂਕਿ ਗੁਰਦੇਵ ਜੀ ਬਚਨ ਕਰਦੇ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇਹ ਹੁਣ ਅਸੀਂ ਤੈਅ ਕਰਨਾ ਹੈ ਕਿ ਗੁਰੂ ਦੇ ਦਰ ਦੇ ਨਾਲੋਂ ਅਸੀਂ ਦੂਰ ਹੋ ਕੇ ਚੋਟਾਂ ਖਾਣੀਆਂ ਨੇ, ਦਰ ਦਰ ਦੇ ਉੱਤੇ ਜਾ ਕੇ ਅਸੀਂ ਆਪਣੇ ਆਪੇ ਦੀ ਲੁੱਟ ਸੁੱਟ ਕਰਾਉਣੀ ਹੈ, ਕਿ ਜਾਂ ਗੁਰੂ ਦੇ ਨੇੜੇ ਹੋ ਕੇ ਗੁਰੂ ਦੀ ਸ਼ਰਨ ਪੈ ਕੇ ਅਸੀਂ ਗੁਰੂ ਦੇ ਰਿਸ਼ਤੇਦਾਰ, ਗੁਰੂ ਦੇ ਭਾਈ ਔਰ ਗੁਰੂ ਕੇ ਸਿੱਖ ਬਣਨਾ ਹੈ, ਤਾਂ ਫਿਰ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਾਨੂੰ ਕਮਾਉਣਾ ਪਏਗਾ। ਅੱਜ ਸੰਸਾਰ ਦੇ ਅੰਦਰ ਜਿਸ ਮਨੁੱਖ ਦੇ ਕੋਲ ਸੂਝ ਨਹੀਂ, ਸਮਝ ਨਹੀਂ, ਉਸ ਨੂੰ ਕੋਈ ਵੀ ਠੱਗ ਸਕਦਾ ਹੈ, ਕੋਈ ਵੀ ਗੁੰਮਰਾਹ ਕਰ ਸਕਦਾ ਹੈ। ਬੜੀਆਂ ਐਸੀਆਂ ਘਟਨਾਵਾਂ ਸਾਡੇ ਸੰਸਾਰ ਦੇ ਅੰਦਰ ਮਿਲਦੀਆਂ ਨੇ, ਭਾਵੇਂ ਉਹ ਜੋਤਸ਼ੀ ਤੇ ਪਾਂਧੇ ਹੋਣ ਜਾਂ ਅੱਜ ਕੱਲ੍ਹ ਜਿਹੜੇ ਚਲਾਕ ਲੋਕ ਆ ਗਏ ਨੇ, ਉਹਨਾਂ ਨੇ ਵੀ ਭੋਲੇ ਭਾਲੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ। ਅੱਜ ਦੀ ਹੀ ਇੱਕ ਖਬਰ ਹੈ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਈ ਵਾਰ ਬਹੁਤ ਸਾਰੀਆਂ ਕੰਪਨੀਆਂ ਫੋਨ ਕਰਦੀਆਂ ਨੇ ਕਿ ਤੁਹਾਡੀ ਲਾਟਰੀ ਨਿਕਲੀ ਹੈ, ਤੁਹਾਡਾ ਇਨਾਮ ਨਿਕਲਿਆ। ਇਸੇ ਤਰ੍ਹਾਂ ਇੱਕ ਪਿੰਡ ਹੈ ਕੋਟਲੀ, ਉਹ ਗੁਰਦਾਸਪੁਰ 'ਚ ਪੈਂਦਾ ਹੈ। ਉੱਥੇ ਇੱਕ ਭੈਣ ਨੂੰ ਫੋਨ ਆਇਆ ਕਿ ਤੁਹਾਡੀ 1 ਕਰੋੜ ਦੀ ਲਾਟਰੀ ਨਿਕਲੀ ਹੈ। ਫੋਨ ਦੇ ਉੱਤੇ ਬੰਦਾ ਕਹਿ ਰਿਹਾ ਕਿ ਤੁਹਾਡੀ 1 ਕਰੋੜ ਦੀ ਲਾਟਰੀ ਨਿਕਲੀ ਹੈ, ਪਰ ਇਹ ਤੁਹਾਨੂੰ ਪੈਸੇ ਤਾਂ ਮਿਲਣਗੇ, ਪਹਿਲਾਂ ਸਾਡੇ ਬੈਂਕ ਅਕਾਊਂਟ ਦੇ ਵਿੱਚ 50,000 ਰੁਪਇਆ ਪਾਓ। ਉਸ ਭੈਣ ਨੇ ਕੀਤਾ ਕਿ ਘਰੋਂ ਤਗੜੇ ਸਨ ਤੇ ਕੁਝ ਜ਼ਮੀਨ ਜਾਇਦਾਦ ਵੀ ਵੇਚੀ ਹੋਈ ਸੀ, ਪੈਸੇ ਜਮ੍ਹਾਂ ਸਨ। ਉਹਨੇ ਆਪਣੇ ਅਕਾਊਂਟ ਦੇ ਵਿੱਚੋਂ 50,000 ਕਢਾ ਕੇ ਤੇ ਉਹਨਾਂ ਦੇ ਅਕਾਊਂਟ ਵਿੱਚ ਪਾ ਦਿੱਤਾ। ਲਗਭਗ 10 ਦਿਨਾਂ ਦੇ ਵਿੱਚ ਬਾਰ-ਬਾਰ ਮੰਗ ਕਰਨ ਤੇ ਅੱਜ ਦੇ ਦਿਨ ਤੱਕ ਉਹਦੇ ਕੋਲ ਲਗਭਗ 13.5 ਲੱਖ ਦੀ ਉਹ ਠੱਗੀ ਕਰ ਚੁੱਕੇ ਨੇ। ਹੁਣ ਉਹਨੇ ਜਾ ਕੇ ਪੰਚਾਇਤ ਨੂੰ ਦੱਸਿਆ, ਥਾਣੇ ਰਿਪੋਰਟ ਕੀਤੀ, ਪਰ ਉਹਦਾ ਕੁਝ ਨਹੀਂ ਬਣ ਸਕਦਾ, ਕਿਉਂਕਿ ਉਹ ਜਿਹੜੇ ਲੋਕ ਫੋਨ ਕਰਦੇ ਨੇ ਇਸ ਤਰ੍ਹਾਂ ਦੇ, ਉਹ ਕੋਈ ਖਾਸ ਨੰਬਰ ਤੋਂ ਨਹੀਂ ਕਰਦੇ, ਬਲਕਿ ਉਹ ਕੰਪਿਊਟਰ ਦੇ ਨਾਲ ਫੋਨ ਕੀਤੇ ਜਾਂਦੇ ਨੇ। ਇੱਕ ਫੋਨ ਪਹਿਲਾਂ ਨੰਬਰ ਤੋਂ ਕਰ ਲਿਆ ਜਾਂਦਾ, ਪਰ ਬਾਅਦ ਵਿੱਚ ਕੰਪਿਊਟਰ ਤੋਂ ਫੋਨ ਹੁੰਦੇ ਨੇ, ਉਸ ਨੰਬਰ ਦਾ ਪਤਾ ਨਹੀਂ ਲੱਗਦਾ।
इस तरह के बड़े चलाक लोग बैठे ने, भावें वो धर्म की दुनिया होवे, भावें समाजिक साडा वरतों व्यवहार है। इन्हां लोगों तो सानू सुचेत होने की लोड़ है, बचन की लोड़ है। जे गुरु ते भरोसा होवे, गुरु का ज्ञान साडे कोल होवे, फिर सानू समझ होएगी, फिर साडा ये जिहड़ा मन है एडा खुरशा ते लालची नहीं होएगा कि छोटा जा कोई लालच देवे ते असीं अपना सारा कुछ तबाह कर लईए। हुण 13.5 लाख रुपया अज के जमाने के अंदर कमाना होवे ते कितना समा लगेगा, कितनी मेहनत लगेगी। ते अज उस परिवार की हालत यह है कि वो परिवार कमलियां की तरह बैठा होया, सारे रिश्तेदार सारे नगर निवासी उन्होंने तरवास दे रहे हैं। सो ये ऐसे लोग ने जिहड़े उन्होंने तो सचेत होने की लोड़ है। सिੱਖੀ लहर वालों ये यतन किया जाता है कि ये जिहड़े ठग चलाक लोग धोखेबाज ने, जिहड़ियां अपनियां मोमो ठगणियां गल्लां दे नाल धर्म के नाम से लुट सुट करते हैं, इन्हां तो सानू सुचेत रहना चाहिए। इन्हां तो तां ही बच सकांगे जे गुरबाणी का ज्ञान साडे पल्ले होएगा। सिੱਖੀ लहर के जथे वालों हर साल ये यतन किया जाता है कि मई और जून जुलाई महीने के अंदर पंजाब के ਵੱਖ-ਵੱਖ पिंडां शहरां कस्बियां और पंजाब के नाल लगते कुछ राज्यों में जाके भी सवेरे शाम इस तरह गुरमत समागम सजाए जाते हैं। और इन्हां समागमां का मकसद इहो ही है कि बच्चों के नाल, नौजवानों के नाल और उन्हां दे मापियां दे नाल गुरबाणी इतिहास और मर्यादा की जिहड़ी विचार है वो साझी की जा सके, ताकि असीं वहमां भरमां भुलेखियां ते कर्म कांडां तो अपने आप नूं बचा सकीए। अगलेरे विचार आप जी के नाल भाई हरजिंदर सिंह जी सबरा उन्होंने साझे करने ने। उस तो पहला एक छोटी जी बेनती है कि बाहर असीं गुरमत साहिब का स्टाल भी नाल लैके आए हाँ कि ये जिहड़ियां विचारां केवल अज दे दीवान तक ही सीमित ना रहन। जिथे असीं बड़ी लुट सुट कराई है, बड़ियां असीं माड़ा फेर के देखिया ने, बड़े असीं शब्द रट के देखे ने, बड़े धागे तवीत करके देख ले, जाल घड़ां विच छिड़क के देख ले। जे इहदे नाल जे कुछ नहीं बनिया तो हुण सानूं खुद आप बाणी पढ़नी चाहिए है। उहदे वास्ते उपराला है कि थल्ले गुरबाणी दीयां सैंचियां हन जो 2 भागां विच गुरु ग्रंथ साहिब जी की पावन बाणी नूं असीं आप खुद सहजे सहजे विचार के प्यार के नाल पढ़ना शुरू करिए। और इतिहास नाल मर्यादा के नाल संबंधित बहुत सारिया उत्थे पुस्तकां मौजूद ने। जान लग्या 2-2 पुस्तकां सीडीज वो अपने घरां नूं जरूर लैके जाओ, ताकि जदों भी साडे कोल वेला समा होवे, क्योंकि अक्सर जिहड़ियां भैणां बीबियां ने ये बहुता समा टीवी सीरीयल उत्ते कढ़ दिंदियां ने। तो इन्हां दा नैतिक तौर पर फर्ज बनता है कि इन्हां ने अगली पीढ़ी की नुहार जेकर बदलनी है तो इन्हां मावां ते भैणां नूं चाहिए कि जदों ये समा वेल होवे तो एवें नौ सस की लड़ाई देख के अपना सुभाव उहदे मुताबिक ना बनाइए, बल्कि गुण कै गुणी समावणिया बाणी नूं आप पढ़िए, गुरबाणी मुताबिक अपना जीवन बनाइए और बच्चों को उसे तो ही सेध मिलेगी। इसलिए ये जिहड़ा उपराला किया गया, जान लग्या कोई ना कोई पुस्तक, कोई ना कोई सीडी अपने घर नूं जरूर लैके जाओ जी। आओ अगलेरे विचार भाई हरजिंदर सिंह जी सबरा वो आप जी के नाल साझे करनगे। वाहिगुरू जी का खालसा, वाहिगुरू जी की फतेह।